Attention Outlook। ਅੱਜ ਦੇ ਅੰਗ ਦੀ ਬਾਣੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ। ਸਾਡੇ ਮਨ ਦੇ ਵਿੱਚ ਇੱਕ ਖਿਆਲ ਆਇਆ ਹੈ ਕਿ ਗੁਰੂ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਦੇ ਤੱਕ ਅਸੀਂ ਪਹੁੰਚਾਈਏ, ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜੀਏ। ਉਹਦਾ ਇੱਕ ਤਰੀਕਾ ਇਹ ਹੈ ਕਿ ਅਸੀਂ ਲੋਕਾਂ ਨੂੰ ਪ੍ਰੇਰਿਤ ਕਰ ਸਕੀਏ ਆਪਣੇ ਨਿੱਜੀ ਅਨੁਭਵਾਂ ਦੇ ਨਾਲ। ਜਦੋਂ ਤੋਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜੇ ਹਾਂ, ਸਾਡੇ ਜੀਵਨ ਦੇ ਵਿੱਚ ਕੀ ਕੀ ਤਬਦੀਲੀ ਆਈ ਹੈ, ਕੀ ਸਾਨੂੰ ਸਿੱਖਣ ਨੂੰ ਮਿਲਿਆ ਹੈ, ਇਹ ਗੱਲ ਜੇ ਅਸੀਂ ਲੋਕਾਂ ਦੇ ਤੱਕ ਪਹੁੰਚਾਈਏ ਤਾਂ ਉਮੀਦ ਹੈ ਕਿ ਵੱਧ ਤੋਂ ਵੱਧ ਲੋਕ ਆਪਣੇ ਜੀਵਨ ਦੇ ਵਿੱਚ ਉਹੀ ਤਬਦੀਲੀ ਲਿਆਉਣੀ ਚਾਹਣਗੇ ਜੋ ਸਾਡੇ ਜੀਵਨ ਦੇ ਵਿੱਚ ਆਈ ਹੈ, ਤੇ ਉਹ ਤਬਦੀਲੀ ਲਿਆਉਣ ਦੇ ਲਈ ਗੁਰੂ ਦੀ ਬਾਣੀ ਦੇ ਨਾਲ ਜੁੜਨਗੇ। ਇਸ ਕਾਰਜ ਨੂੰ ਸੰਪੂਰਨ ਕਰਨ ਦੇ ਲਈ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਗੁਰੂ ਦੀ ਬਾਣੀ ਦੇ ਨਾਲ ਜੁੜਨ ਤੋਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ। ਜੇ ਤੁਸੀਂ ਉਸ ਨੂੰ ਇੱਕ ਛੋਟੀ ਜਿਹੀ ਵੀਡੀਓ ਦੇ ਰਾਹੀਂ ਬਿਆਨ ਕਰਕੇ ਤੇ ਸਾਨੂੰ ਉਹ ਵੀਡੀਓ ਭੇਜ ਸਕੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ। ਵੀਡੀਓ ਤੁਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਸੈਂਡ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ WhatsApp ਨੰਬਰ ਦਿੱਤਾ ਗਿਆ ਹੈ, ਉਸ ਨੰਬਰ ਦੇ ਉੱਤੇ ਵੀ ਭੇਜ ਸਕਦੇ ਹੋ, ਤੇ ਈਮੇਲ ID ਵੀ ਦਿੱਤੀ ਹੋਈ ਹੈ। ਜੇ ਤੁਸੀਂ ਈਮੇਲ ਕਰਨਾ ਚਾਹੋ ਤੇ ਈਮੇਲ ਵੀ ਕਰ ਸਕਦੇ ਹੋ। ਸਿਰਫ ਵੀਡੀਓ ਹੀ ਨਹੀਂ, ਤੁਸੀਂ ਆਪਣੀ ਫੋਟੋ ਤੇ ਆਪਣਾ ਮੈਸੇਜ ਵੀ ਲਿਖ ਕੇ ਭੇਜ ਸਕਦੇ ਹੋ। ਅਸੀਂ ਆਪਣੇ ਜੋ ਇਹ ਚੈਨਲ ਹੈ ਤੇ ਫੇਸਬੁੱਕ ਵਾਲਾ ਜੋ ਪੇਜ ਹੈ ਉਹਦੇ ਜ਼ਰੀਏ ਤੁਹਾਡੇ ਅਨੁਭਵ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਹੋਰ ਜ਼ਿਆਦਾ ਲੋਕ ਪ੍ਰੇਰਿਤ ਹੋ ਸਕਣ ਤੇ ਗੁਰੂ ਦੀ ਬਾਣੀ ਦੇ ਨਾਲ ਜੁੜ ਸਕਣ। ਹੁਣ ਬਹੁਤੀ ਦੇਰ ਨਾ ਲੈਂਦੇ ਹੋਏ ਅੱਜ ਦੀ ਬਾਣੀ ਦੀ ਸ਼ੁਰੂਆਤ ਕਰਦੇ ਹਾਂ। ਗੌੜੀ ਪੂਰਬੀ ਰਵਿਦਾਸ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਕੂਪ ਤੋਂ ਭਾਵ ਡੱਡੂ, ਦਾਦਰਾ ਤੋਂ ਭਾਵ ਖੂਹ। ਭਗਤ ਰਵਿਦਾਸ ਜੀ ਕਹਿੰਦੇ ਕਿ ਜਿਵੇਂ ਕੋਈ ਖੂਹ ਡੱਡੂਆਂ ਦੇ ਨਾਲ ਭਰਿਆ ਹੋਇਆ ਹੋਵੇ ਤੇ ਉਸ ਖੂਹ ਦੇ ਵਿੱਚ ਜਿੰਨੇ ਵੀ ਡੱਡੂ ਹੁੰਦੇ ਨੇ ਉਹਨਾਂ ਨੂੰ ਕੋਈ ਵਾਕਫੀ ਨਹੀਂ ਹੁੰਦੀ ਕਿ ਇਸ ਖੂਹ ਤੋਂ ਬਾਹਰ ਵੀ ਕੋਈ ਦੇਸ਼ ਵਿਦੇਸ਼ ਹੈ, ਇਸ ਖੂਹ ਤੋਂ ਬਾਹਰ ਵੀ ਕੋਈ ਦੁਨੀਆ ਵਸਦੀ ਹੈ। ਉਹਨਾਂ ਦੇ ਲਈ ਉਹ ਖੂਹ ਹੀ ਸਾਰੀ ਸ੍ਰਿਸ਼ਟੀ ਹੈ। ਤੇ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਕਿ ਤਿਵੇਂ ਹੀ ਮੇਰਾ ਮਨ ਹੈ ਜੋ ਮਾਇਆ ਦੇ ਖੂਹ ਦੇ ਵਿੱਚ ਚੰਗੀ ਤਰ੍ਹਾਂ ਫਸਿਆ ਹੋਇਆ ਹੈ। ਮਾਇਆ ਤੋਂ ਬਾਹਰਲੀ ਦੁਨੀਆ ਇਹਨੂੰ ਦਿਖਦੀ ਹੀ ਨਹੀਂ ਤੇ ਮਾਇਆ ਦੇ ਵਿੱਚੋਂ ਨਿਕਲਣ ਦਾ ਕੋਈ ਉਰਲਾ ਪਰਲਾ ਬੰਨਾ ਮੈਨੂੰ ਸੁਝਦਾ ਨਹੀਂ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ ਰਹਾਉ। ਤੇ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹਨ ਕਿ ਹੇ ਸਾਰੇ ਭਵਨਾਂ ਦੇ ਸਰਦਾਰ, ਮੈਨੂੰ ਇੱਕ ਖਿਨ ਭਰ ਲਈ ਹੀ ਦੀਦਾਰ ਦੇ। ਪਰਮਾਤਮਾ ਦੇ ਦੀਦਾਰ ਹੋਣ ਤੇ ਮਾਇਆ ਦੇ ਖੂਹ ਵਿੱਚੋਂ ਨਿਕਲਣ ਦਾ ਰਸਤਾ ਮਿਲ ਜਾਂਦਾ ਹੈ। ਮਲਿਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਕਰੋ ਕਿਰਪਾ ਭ੍ਰਮ ਚੂਕਈ, ਮੈਂ ਸੁਮੱਤ ਦੇਹੋ ਸਮਝਾਏ। ਮਾਧਵਾ ਤੋਂ ਭਾਵ ਹੈ ਪ੍ਰਭੂ, ਮੇਰੀ ਮਤ ਮੇਰੀ ਅਕਲ ਵਿਕਾਰਾਂ ਦੇ ਨਾਲ ਮੈਲੀ ਹੋਈ ਪਈ ਹੈ। ਮਲਿਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ ਕਿ ਤੂੰ ਕਿਹੋ ਜਿਹਾ ਹੈ, ਕਿੰਨਾ ਵੱਡਾ ਹੈ, ਕੀ ਕੁਝ ਕਰਨ ਦੇ ਸਮਰੱਥ ਹੈ। ਮੈਨੂੰ ਇਸ ਗੱਲ ਦੀ ਸਮਝ ਹੀ ਨਹੀਂ ਆ ਰਹੀ। ਕਰੋ ਕਿਰਪਾ ਭਰਮ ਚੂਕਈ, ਮੈਂ ਸੁਮੱਤ ਦੇਹੋ ਸਮਝਾਏ। ਮੇਰੇ ਤੇ ਕਿਰਪਾ ਕਰੋ ਪਰਮਾਤਮਾ ਜੀ, ਮੈਨੂੰ ਸੁਚੱਜੀ ਮਤ ਸਮਝਾਓ ਤਾਂ ਕਿ ਮੇਰੀ ਭਟਕਣਾ ਮੁੱਕ ਸਕੇ। ਜੋਗ ਈਸ਼ਰ ਪਾਵੈ ਨਹੀਂ, ਤੋ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣੈ, ਕਉ ਰਵਿਦਾਸ ਚਮਾਰ। ਜੋਗ ਈਸ਼ਰ ਤੋਂ ਭਾਵ ਜੋਗੀ, ਈਸ਼ਰ ਜਾਣੀ ਵੱਡੇ ਵੱਡੇ ਜੋਗੀ। ਪਾਵੈ ਨਹੀਂ, ਤੋ ਗੁਣ ਕਥਨ ਅਪਾਰ, ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਵੱਡੇ ਵੱਡੇ ਜੋਗੀ ਵੀ ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਪਰ ਹੇ ਰਵਿਦਾਸ ਚਮਾਰ, ਤੂੰ ਪ੍ਰਭੂ ਦੀ ਸਿਫਤ ਸਲਾਹ ਕਰ ਤਾਂ ਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤ ਮਿਲ ਸਕੇ।
ਗੌੜੀ ਬੈਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। तीनों जुग तीनों दिड़े कल केवल नाम आधार। गौड़ी राग दे विच दर्ज अखीरले शब्द दियां ये पहलियां दो पंक्तियां हन। ये जो शब्द है कई बार ये समझ लिया जाता है कि इस पूरे ही शब्द दे विच भगत रविदास जी दे अपने विचार हन, अपना मत वो पेश कर रहे हैं, पर अजिहा नहीं है। शब्द दियां अधिकतर पंक्तियां दे विच रविदास जी पंडित लोकां दा पक्ष पेश करते हैं कि वो की समझते हैं, हिंदू शास्त्रां दे विच की लिखिया होया है, ते अखीरलियां पंक्तियां दे विच अपना मत पेश करते हैं कि रविदास जी खुद की मनते हैं। पहलियां जो दो पंक्तियां हैं कि सतयुग सत तेता जगी दुआपर पूजा चार। हे पंडित जी, तुसी आखदे हो कि हरेक युग विच आपो अपना कर्म ही प्रधान है, हरेक युग का अपना एक धर्म है। सतयुग का दान धर्म सी, त्रेते युग विच जग्गां दी प्रवृत्ति सी, दुआपर दे विच देवतियां दी पूजा प्रधान करन सी। तीनों युग तीनों दिड़े, दिड़े तो भाव दृढ़ करना कि तिन्ने युग तीन वखरे वखरे धर्मां नूं वखरे वखरे कर्मां नूं दृढ़ करवा रहे हैं। कल केवल नाम आधार। इस पंक्ति दे विच जो नाम शब्द है वह परमात्मा दे नाम नूं संबोधन नहीं कर रहा, वो श्री राम ते कृष्ण जी दे नाम नूं संबोधन कर रहा है। भगत जी दसदे हन कि हे पंडित जी, तुसी आखदे हो कि कलयुग का धर्म है मूर्ति पूजा, अवतार पूजा। सो चार युगां दे चार धर्म सानू भगत रविदास जी ने गिना दिते जो हिंदू मत के अनुसार मन्ने जाते हैं। अगे कहंदे पार कैसे पाइबो रे, मोसो को ना कह समझाए, जाते आवा गवन बिलाए रहाओ। कहंदे तुहाडे विचों कोई मैनू ऐसा काम समझा के दस नहीं सकिया कि हे पंडित जी, ये जो कर्म कांड तुसी करते पए हो, इन्हां दे नाल संसार समुंदर दा पारला बन्ना किवें लभोगे। पार कैसे पाइबो रे, ऐसा तुसी कोई काम मैनू समझा नहीं सके जिहदे नाल तुसी आवागवन जानी अपना जन्म मरण दा जो गेड़ है उन्नू मुका सको। भगत रविदास जी का रहाओ वालियां पंक्तियां दे विच ये सवाल पुछना ही इस गल का संकेत कर दिंदा है कि हर युग का वखरा धर्म की जो सोच है भगत जी उहदे विच विश्वास नहीं करते। ते जे असीं सोच के भी वेखीए, जद तो सृष्टि बनी है ते जद तक ये सृष्टि बनी रहेगी, इस सृष्टि के नियमां दे विच तब्दीली नहीं आ सकती। ये नियम जो हैं ये अटल हैं, तो ये किमें हो सकता है कि एक समय ते एक खास कारज नूं जीवन का सही रास्ता मन्निया जाए तो दूजे समय ते किसी होर कारण अजिहा संभव नहीं है। सृष्टि की साजना उस परमात्मा ने की है, सृष्टि के नियम अटल हैं, उन्हां दे विच कदे तब्दीली नहीं आनी। तो जब उन्हां दे विच तब्दीली नहीं आनी तो सृष्टि का वखरे वखरे युगां दे विच वखरा वखरा धर्म नहीं हो सकता। जीवन जाच का जो सही रास्ता है वो सदा एक ही रहेगा, वो है परमात्मा दे नाल अपने आप नूं जोड़ लेना। बहुविध धर्म निरूपीऐ, करता दिसै सब लोए, कवन कर्म ते छूटीऐ, जिह साधे सब सिद्ध होए। शास्त्रां अनुसार कई तरीकिਆਂ ਨਾਲ वर्णा आश्रमां दे करतब्बां दी हदबंदी कीती गई है। कई प्रकार के कर्म धर्म शास्त्रां दे विच दस्से गए हैं। लोकां नूं उन्हां कर्म धर्मां नूं करन दे लई प्रेरित किया गया है। ते भगत रविदास जी कहंदे इन्हां शास्त्रां नूं मन्नण वाला सारा जगत यही मिथे हुए कर्म धर्म करदा भी दस रहा है। करता दिसै सब लोई, कवन कर्म ते छूटी है। पर वो किहड़ा कर्म धर्म है जो सानू आवागवन तो खलासी दवा सके, जिह साधे सब सिद्ध होए। वो किहड़ा कर्म धर्म है जिस दे साधियां जन्म मनोरथ ही सफल हो जाए। ये गल भगत रविदास जी कहंदे पंडित जी ये गल तुसी नहीं दस सके। कर्म अकर्म विचारीऐ, शंका सुन वेद पुराण,
ਸੰਸਾ ਸਦ ਹਿਰਦਾ ਵਸੈ, ਕੌਣ ਹਿਰੈ ਅਭਿਮਾਨ। ਕਰਮ ਉਹ ਕਾਰਜ ਜਿਹੜੇ ਸ਼ਾਸਤਰਾਂ ਦੇ ਵਿੱਚ, ਵੇਦਾਂ ਪੁਰਾਣਾਂ ਆਦਿਕ ਦੇ ਵਿੱਚ ਕਰਨ ਦੇ ਲਈ ਪ੍ਰੇਰਿਆ ਗਿਆ ਹੈ। ਅਕਰਮ ਉਹ ਕਾਰਜ ਜਿਨ੍ਹਾਂ ਨੂੰ ਕਰਨ ਤੋਂ ਵਰਜਿਆ ਗਿਆ ਹੈ। ਕਹਿੰਦੇ ਵੇਦ ਪੁਰਾਣ ਆਦਿਕ ਨੂੰ ਸੁਣ ਕੇ ਸ਼ੰਕਾ ਹੋਰ ਵੱਧ ਜਾਂਦਾ ਹੈ। ਨਿਰੀ ਕਰਮ ਅਕਰਮ ਦੀ ਵਿਚਾਰ ਦੇ ਵਿੱਚ ਪੈ ਜਾਈਦਾ ਹੈ। ਮਨੁੱਖ ਸਦਾ ਹੀ ਸ਼ੰਕੇ ਦੇ ਵਿੱਚ ਕਿਉਂ ਰਹਿੰਦਾ ਹੈ? ਕਿਉਂਕਿ ਉਹਨੂੰ ਹਰ ਵਕਤ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਕਿਹੜਾ ਕਰਮ ਹੈ, ਕਿਹੜਾ ਅਕਰਮ ਹੈ, ਕੀ ਮੈਂ ਕਰਨਾ ਹੈ, ਕੀ ਮੈਂ ਨਹੀਂ ਕਰਨਾ। ਸਦਾ ਇਸ ਸ਼ੰਕੇ ਦੇ ਵਿੱਚ ਹੀ ਪਿਆ ਰਹਿੰਦਾ ਹੈ। ਮਨ ਦੇ ਵਿੱਚ ਸਦਾ ਸੰਸਾ ਤੇ ਬਣਿਆ ਹੀ ਰਹਿੰਦਾ ਹੈ, ਡਰ ਤਾਂ ਬਣਿਆ ਹੀ ਰਹਿੰਦਾ ਹੈ। ਸੰਸਾ ਸਦ ਹਿਰਦਾ ਵਸੈ, ਕਿਉਂ ਬਣਿਆ ਰਹਿੰਦਾ ਹੈ? ਕਿ ਕਿਤੇ ਮੇਰੇ ਤੋਂ ਕੁਝ ਗਲਤ ਨਾ ਹੋ ਜਾਏ, ਕਿਤੇ ਮੈਂ ਉਹ ਕਰਮ ਨਾ ਕਰ ਬੈਠਾਂ ਜੋ ਸ਼ਾਸਤਰਾਂ ਦੇ ਵਿੱਚ ਵਰਜਿਆ ਹੋਇਆ ਹੈ, ਜਾਂ ਜੋ ਕਰਮ ਕਰਨ ਦੇ ਲਈ ਸ਼ਾਸਤਰਾਂ ਦੇ ਵਿੱਚ ਪ੍ਰੇਰਨਾ ਦਿੱਤੀ ਗਈ ਹੈ, ਕਿਤੇ ਮੈਂ ਉਸ ਕੰਮ ਨੂੰ ਗਲਤ ਤਰੀਕੇ ਨਾਲ ਨਾ ਕਰ ਲਵਾਂ। ਉਸ ਨੂੰ ਕਰਨ ਦੀ ਜੋ ਵਿਧੀ ਹੈ ਉਹਦੇ ਵਿੱਚ ਮੈਂ ਕਿਤੇ ਕੋਈ ਕੁਤਾਹੀ ਨਾ ਕਰ ਲਵਾਂ। ਇਹ ਸੰਸਾ ਹਿਰਦੇ ਵਿੱਚ ਬਣਿਆ ਰਹਿੰਦਾ ਹੈ। ਕੌਣ ਹਿਰਾ ਅਭਿਮਾਨ। ਕਹਿੰਦੇ ਇਹ ਤੇ ਦੱਸੋ ਕਿ ਉਹ ਕਿਹੜਾ ਕਰਮ ਹੈ ਜਿਹਦੇ ਨਾਲ ਅਭਿਮਾਨ ਨੂੰ ਹਿਰਿਆ ਜਾ ਸਕੇ, ਹੰਕਾਰ ਨੂੰ ਖਤਮ ਕੀਤਾ ਜਾ ਸਕੇ। ਬਾਹਰ ਉਦਕ ਪਖਾਰੀਐ, ਘਟ ਭੀਤਰ ਵਿਵਿਧ ਵਿਕਾਰ, ਸ਼ੁੱਧ ਕਵਨ ਪਰ ਹੋਏ ਬੋ, ਸੁਚ ਕੁੰਚਰ ਵਿਦ ਵਿਵਹਾਰ। ਬਾਹਰ ਤੋਂ ਭਾਵ ਸਰੀਰ ਦਾ ਬਾਹਰਲਾ ਹਿੱਸਾ, ਉਦਕ ਤੋਂ ਭਾਵ ਪਾਣੀ ਨਾਲ, ਤੇ ਪਖਾਰੀਐ ਤੋਂ ਭਾਵ ਧੋਣਾ। ਭਗਤ ਰਵਿਦਾਸ ਜੀ ਕਹਿੰਦੇ ਕਿ ਹੇ ਪੰਡਿਤ, ਤੁਸੀਂ ਤੀਰਥ ਇਸ਼ਨਾਨ ਤੇ ਜ਼ੋਰ ਦਿੰਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ। ਹਿਰਦੇ ਵਿੱਚ ਕਈ ਕਿਸਮ ਦੇ ਵਿਕਾਰ ਤਾਂ ਟਿੱਕੇ ਹੀ ਰਹਿੰਦੇ ਹਨ। ਘਟ ਭੀਤਰ ਵਿਵਿਧ ਵਿਕਾਰ, ਸ਼ੁੱਧ ਕਵਨ ਪਰ ਹੋਈ ਬੋ। ਤੇ ਫਿਰ ਤੀਰਥਾਂ ਤੇ ਜਾ ਕੇ ਪਵਿੱਤਰ ਕੌਣ ਹੋ ਸਕਦਾ ਹੈ? ਤੀਰਥਾਂ ਤੇ ਇਸ਼ਨਾਨ ਕਰਨ ਦਾ ਜੋ ਧਰਮ ਹੈ, ਕਰਮ ਹੈ, ਉਹ ਤੇ ਹਾਥੀ ਦੇ ਇਸ਼ਨਾਨ ਕਰਮ ਵਰਗਾ ਹੈ। ਹਾਥੀ ਜੋ ਹੈ ਕਈ ਵਾਰ ਚਿੱਕੜ ਦੇ ਵਿੱਚ ਹੀ ਇਸ਼ਨਾਨ ਕਰੀ ਜਾਂਦਾ ਹੈ। ਚਿੱਕੜ ਦੇ ਵਿੱਚ ਵੜ ਕੇ ਹੀ ਇਹ ਸਮਝ ਲੈਂਦਾ ਹੈ ਕਿ ਮੇਰਾ ਇਸ਼ਨਾਨ ਹੋ ਗਿਆ ਹੈ। ਇਸ ਲਈ ਇੱਥੇ ਹਾਥੀ ਦੇ ਇਸ਼ਨਾਨ ਕਰਮ ਦਾ ਜ਼ਿਕਰ ਕੀਤਾ ਗਿਆ ਹੈ। ਰਬ ਪ੍ਰਗਾਸ ਰਜਨੀ ਜਥਾ, ਗਤ ਜਾਣਤ ਸਭ ਸੰਸਾਰ। ਕਹਿੰਦੇ ਇਹ ਗੱਲ ਸਾਰਾ ਸੰਸਾਰ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਰਵ ਤੋਂ ਭਾਵ ਸੂਰਜ, ਰਜਨੀ ਤੋਂ ਭਾਵ ਰਾਤ। ਪਾਰਸ ਮਾਨੋ ਤਾਬੋ ਸ਼ੋਏ, ਕਨਕ ਹੋਤ ਨਹੀਂ ਬਾਰ। ਤੇ ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਇਆਂ ਉਸ ਦੇ ਸੋਨਾ ਬਣਨ ਦੇ ਵਿੱਚ ਚਿਰ ਨਹੀਂ ਲੱਗਦਾ। ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਿਲਾਟ। ਜਿਵੇਂ ਪਾਰਸ ਦੇ ਨਾਲ ਛੋ ਕੇ ਤਾਂਬਾ ਸੋਨਾ ਬਣ ਜਾਂਦਾ ਹੈ, ਉਸੇ ਪ੍ਰਕਾਰ ਜੇ ਸਾਡੇ ਪੂਰਬਲੇ ਭਾਗ ਜਾਗਣ ਤੇ ਸਾਨੂੰ ਸਤਿਗੁਰੂ ਮਿਲ ਪਏ ਤਾਂ ਸਤਿਗੁਰੂ ਜੋ ਹੈ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ। ਪਰਮ ਪਰਸ, ਸਭ ਤੋਂ ਉੱਤਮ ਪਾਰਸ ਗੁਰ ਭੇਟੀਐ। ਗੁਰੂ ਦਾ ਮਿਲਣਾ ਸਭ ਤੋਂ ਉੱਤਮ ਪਾਰਸ ਹੈ। ਜਦੋਂ ਸਾਨੂੰ ਗੁਰੂ ਮਿਲ ਪਵੇ ਤਾਂ ਗੁਰੂ ਦੀ ਕਿਰਪਾ ਦੇ ਨਾਲ ਉਨ ਮਨ 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 ਹੀ ਮਿਲੇ, ਛੁਟਕਤ ਬਜਰ ਕਪਾਟ। ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਹੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਉਹ ਅੰਤਰ ਆਤਮੇ ਹੀ ਪ੍ਰਭੂ ਨੂੰ ਮਿਲ ਲੈਂਦਾ ਹੈ। ਮਨ ਦੇ ਕਰੜੇ ਕਬਾੜ ਖੁੱਲ ਜਾਂਦੇ ਹਨ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿੱਚ ਜੁੜ ਕੇ ਇਸ ਭਗਤੀ ਦੀ ਬਰਕਤ ਦੇ ਨਾਲ ਭਟਕਣਾ, ਵਿਕਾਰਾਂ ਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿੱਚ ਡੋਲਣ ਤੋਂ ਰੋਕ ਲਿਆ ਹੈ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਉਹੀ ਮਨੁੱਖ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਆਨੰਦ ਨਾਲ ਪ੍ਰਭੂ ਨੂੰ ਅੰਤਰਾਤਮੇ ਹੀ ਮਿਲ ਪੈਂਦਾ ਹੈ। ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਰਹਿੰਦਾ ਹੈ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ। ਅਨਕ ਜਤਨ ਨਿਗ੍ਰਹਿ ਕੀਏ,
ਟਾਰੀ ਨਾ ਟਰੈ ਭ੍ਰਮ ਫਾਸ। ਪ੍ਰਭੂ ਦੀ ਯਾਦ ਤੋਂ ਬਿਨਾਂ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦੇ ਜੇ ਹੋਰ ਅਨੇਕਾਂ ਯਤਨ ਵੀ ਕੀਤੇ ਜਾਣ ਤਾਂ ਵੀ ਵਿਕਾਰਾਂ ਵਿੱਚ ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ। ਹੋਰ ਕਿਸੇ ਵੀ ਪ੍ਰਕਾਰ ਦੇ ਅਸੀਂ ਕਰਮਕਾਂਡ ਕਰ ਲਈਏ, ਅਨੇਕਾਂ ਯਤਨ ਕਰ ਲਈਏ, ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਮੋੜ ਨਹੀਂ ਸਕਦੇ। ਇੱਕ ਹੀ ਤਰੀਕਾ ਹੈ ਆਪਣੇ ਮਨ ਨੂੰ ਪ੍ਰਭੂ ਦੀ ਯਾਦ ਦੇ ਵਿੱਚ ਜੋੜ ਲੈਣਾ। ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ। ਕਹਿੰਦੇ ਇਹ ਕਰਮਕਾਂਡ ਪੰਡਤ ਲੋਕੋ ਜੋ ਤੁਸੀਂ ਲੋਕਾਂ ਨੂੰ ਕਰਨ ਦੇ ਲਈ ਦੱਸਦੇ ਹੋ, ਕਰਮਕਾਂਡ ਦੇ ਇਹਨਾਂ ਯਤਨਾਂ ਦੇ ਨਾਲ ਪ੍ਰਭੂ ਦੀ ਪਿਆਰ ਭਰੀ ਯਾਦ ਹਿਰਦੇ ਵਿੱਚ ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਹੀ ਰਵਿਦਾਸ ਇਹਨਾਂ ਕਰਮਾਂ ਧਰਮਾਂ ਤੋਂ ਉਦਾਸ ਹੈ, ਉਪਰਾਮ ਹੈ, ਇਹਨਾਂ ਕਰਮਾਂ ਧਰਮਾਂ ਦੇ ਵਿੱਚ ਨਹੀਂ ਪੈਂਦਾ ਹੈ। ਇਸ ਸ਼ਬਦ ਦੀ ਸਮਾਪਤੀ ਦੇ ਨਾਲ ਨਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 346ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ, ਬਲਕਿ ਰਾਗ ਗੌੜੀ ਦੀ ਬਾਣੀ ਦੀ ਵੀ ਸਮਾਪਤੀ ਹੁੰਦੀ ਹੈ। ਰਾਗ ਗੌੜੀ ਦੀ ਬਾਣੀ 151ਵੇਂ ਅੰਗ ਤੋਂ ਸ਼ੁਰੂ ਹੋਈ ਸੀ ਤੇ 346ਵੇਂ ਅੰਗ ਤੇ ਅੱਜ ਇਸ ਬਾਣੀ ਦੀ ਆਪਾਂ ਸਮਾਪਤੀ ਕਰ ਲਈ ਹੈ। ਇਸ ਬਾਣੀ ਦੇ ਵਿੱਚੋਂ 52 ਅੱਖਰੀ ਗੁਰੂ ਅਰਜਨ ਦੇਵ ਜੀ ਦੀ ਤੇ ਸੁਖਮਨੀ ਸਾਹਿਬ ਦੋ ਪ੍ਰਮੁੱਖ ਬਾਣੀਆਂ ਸਾਨੂੰ ਪੜ੍ਹਨ ਨੂੰ ਸਮਝਣ ਨੂੰ ਮਿਲੀਆਂ ਹਨ। ਅਗਲੇ ਅੰਗ ਤੋਂ ਰਾਗ ਆਸਾ ਦੀ ਸ਼ੁਰੂਆਤ ਹੋਏਗੀ। ਅੱਜ ਜੋ ਆਪਾਂ ਬਾਣੀ ਪੜ੍ਹੀ ਉਹਦੇ ਸਾਰਾਂਸ਼ ਦੀ ਜੇਕਰ ਗੱਲ ਕਰੀਏ ਤਾਂ ਪਹਿਲਾ ਜੋ ਸ਼ਬਦ ਸੀ ਉਹਦੇ ਵਿੱਚ ਭਗਤ ਰਵਿਦਾਸ ਜੀ ਪ੍ਰਭੂ ਦੇ ਦਰ ਤੇ ਅਰਦਾਸ ਕਰਦੇ ਨੇ ਕਿ ਹੇ ਪ੍ਰਭੂ, ਮੇਰੇ ਮਾਇਆ ਮੋਹੇ ਮਨ ਨੂੰ ਆਪਣਾ ਦੀਦਾਰ ਬਖਸ਼ ਕੇ ਚੰਗੀ ਮੱਤ ਲਾਵੋ, ਚੰਗੇ ਪਾਸੇ ਲਾਵੋ। ਤੇ ਜੋ ਦੂਸਰਾ ਸ਼ਬਦ ਅਸੀਂ ਪੜ੍ਹਿਆ ਉਹਦੇ ਵਿੱਚ ਭਗਤ ਰਵਿਦਾਸ ਜੀ ਪੰਡਤਾਂ ਨਾਲ ਵਾਰਤਾਲਾਪ ਕਰਦੇ ਹੋਏ, ਉਹਨਾਂ ਨੂੰ ਸਵਾਲ ਜਵਾਬ ਕਰਦੇ ਹੋਏ ਨਜ਼ਰ ਆਉਂਦੇ ਹਨ। ਉਹਨਾਂ ਨੂੰ ਪੁੱਛਦੇ ਹਨ ਕਿ ਸ਼ਾਸਤਰਾਂ ਦੇ ਵਿੱਚ ਜੋ ਕਰਮ ਧਰਮ ਦੱਸੇ ਗਏ ਨੇ, ਉਹਨਾਂ ਕਰਮ ਧਰਮਾਂ ਦੇ ਨਾਲ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਕਿਵੇਂ ਪਾਈਦਾ, ਇਹ ਸਮਝਾਵੋ। ਕਿਹੜੇ ਕਰਮ ਧਰਮ ਨੇ ਜਿਹੜੇ ਮੇਰੇ ਅਭਿਮਾਨ ਨੂੰ ਹਰ ਸਕਦੇ ਨੇ, ਉਹ ਮੈਨੂੰ ਦੱਸੋ। ਤੇ ਆਪਣਾ ਮਤ ਪੇਸ਼ ਕਰਦੇ ਹੋਏ ਕਹਿੰਦੇ ਨੇ ਕਿ ਮੇਰੇ ਅਨੁਸਾਰ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜਨਾ ਹੀ ਇੱਕ ਅਜਿਹਾ ਕਰਮ ਧਰਮ ਹੈ ਜੋ ਸਾਡੀ ਹਉਮੈ ਨੂੰ ਵੀ ਖਤਮ ਕਰ ਸਕਦਾ ਹੈ, ਜੋ ਸਾਡੇ ਮਨ ਨੂੰ ਵਿਕਾਰਾਂ ਵੱਲੋਂ ਪਰਤਾ ਸਕਦਾ ਹੈ, ਜੋ ਸਾਡੇ ਮਨ ਨੂੰ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ। ਸੋ ਅਸੀਂ ਭਗਤ ਰਵਿਦਾਸ ਜੀ ਦੀ ਗੱਲ ਮੰਨਦੇ ਹੋਏ ਆਪਣੇ ਮਨ ਨੂੰ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੋੜੀਏ। ਪ੍ਰਮਾਤਮਾ ਦੇ ਦਰ ਤੇ ਅਸੀਂ ਵੀ ਅਰਜ਼ੋਈ ਕਰੀਏ ਕਿ ਹੇ ਪ੍ਰਮਾਤਮਾ, ਜੇ ਸਾਡੀ ਮੱਤ ਕਿਸੇ ਭੈੜੇ ਪਾਸੇ ਲੱਗੀ ਹੈ ਤਾਂ ਉਹਨੂੰ ਉਸ ਪਾਸਿਓਂ ਮੋੜ ਕੇ ਆਪਣੇ ਵਾਲੇ ਪਾਸੇ ਨੂੰ ਜੋੜ ਲੈ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।